ਤਾਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਵਿਸ਼ੇਸ਼ ਇਜਲਾਸ ਹੰਗਾਮੇਦਾਰ ਰਹਿਣ ਦੇ ਅਸਾਰ ਨੇ। जीएसटी पराली ਦੇ ਮੁੱਦੇ ਤੇ ਚਰਚਾ ਹੋਏਗੀ। ਹਾਲਾਂਕਿ ਭਰੋਸਗੀ ਮਤੇ ਨੂੰ ਲੈ ਕੇ ਜੋ ਪਹਿਲਾਂ 22 ਸਤੰਬਰ ਦਾ ਦਿਨ ਨਿਯਤ ਕੀਤਾ ਗਿਆ ਸੀ, ਜੋ ਮਨਜ਼ੂਰੀ ਵਿਦਡਰਾ ਕਰ ਲਈ ਸੀ ਗਵਰਨਰ ਨੇ ਜਿਸ ਸੈਸ਼ਨ ਦੇ ਲਈ, ਉਸ ਭਰੋਸਗੀ ਮਤੇ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਸਰਕਾਰ ਨੇ ਇਸ ਤੇ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ। ਮੌਕੇ ਤੇ ਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ, ਇਸ ਤੇ ਫੈਸਲਾ ਹੋ ਸਕਦਾ ਹੈ। ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ, ਹੰਗਾਮੇਦਾਰ ਰਹਿ ਸਕਦਾ ਹੈ ਇਜਲਾਸ। कई सारे मुद्दे रखे जाएंगे, जीएसटी का मुद्दा, पराली का मुद्दा, इन्हां मुद्दों के उत्ते चर्चा होएगी। लेकिन सब तो अहम जो 22 सितंबर नूं जो विधान सभा सैशन सरकार लियाउणा चाहुंदी सी भरोसगी मते नूं लैके, उस ते सस्पेंस बरकरार है। सरकार ने कोई स्थिति उस ते स्पष्ट नहीं की। सरकार दे वल्लों ऑपरेशन लोटस नूं लैके भरोसगी मता लियाउणा सी, लेकिन राजपाल ने 22 सितंबर के सैशन नूं मंजूरी नहीं दित्ती सी, मंजूरी विदड्रा कर लई सी। कानून का हवाला दिता गया सी कि अजिहा कोई प्रोविजन नहीं है जिस दे तहत भरोसगी मता लिआंदा जा सके। बेभरोसगी मता तो हुंदा है, लेकिन भरोसगी मता अजिहा लिआंदा जा सके, उसदियां 3 सूरतां हुंदियां ने। ਤਾਂ ਉਸ ਸੂਰਤ ਦੇ ਵਿੱਚ ਗਵਰਨਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ, ਲੇਕਿਨ ਹੁਣ 27 ਸਤੰਬਰ ਦਾ ਅੱਜ ਦਾ ਦਿਨ ਜੋ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ, ਜੀਐਸਟੀ ਤੇ ਪਰਾਲੀ ਦੇ ਮੁੱਦੇ ਤੇ ਸੱਦਿਆ ਗਿਆ ਹੈ, ਗਵਰਨਰ ਦੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਅੱਜ ਇਹ ਵਿਸ਼ੇਸ਼ ਇਜਲਾਸ ਹੋਣ ਜਾ ਰਿਹਾ ਹੈ। ਲੇਕਿਨ ਕੀ ਇਸ ਦੇ ਵਿੱਚ ਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ, ਇਸ ਤੇ ਸਸਪੈਂਸ ਬਰਕਰਾਰ ਹੈ। ਸਰਕਾਰ ਚੁੱਪ ਹੈ। ਮੌਕੇ ਤੇ ਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ, ਇਸ ਤੇ ਵੀ ਕੋਈ ਫੈਸਲਾ ਹੋ ਸਕਦਾ ਹੈ। ਕੱਲ ਨੂੰ ਸਵੇਰੇ 11 ਵਜੇ ਪਹਿਲਾਂ ਓਬੀਚਰੀਜ਼ ਨੇ, ਸ਼ਰਧਾਂਜਲੀਆਂ ਨੇ, ਉਸ ਤੋਂ ਬਾਅਦ BAC ਦੀ ਮੀਟਿੰਗ ਹੋਏਗੀ, ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ, ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ ਤੇ ਸਾਰਿਆਂ ਦੀ ਸਲਾਹ ਮਸ਼ਵਰੇ ਦੇ ਨਾਲ ਪੰਜਾਬ ਦੇ ਰੈਲੇਵੈਂਟ, ਪੰਜਾਬ ਦੇ ਭਾਗ ਦੇ ਲੋਕਾਂ ਦੇ ਮਸਲਿਆਂ ਮੁੱਦਿਆਂ ਦੇ ਉੱਪਰ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾਏਗਾ, ਤਾਂ ਕਿ ਜਿਸ ਤਰੀਕੇ ਦੇ ਨਾਲ 6 ਮਹੀਨਿਆਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਲੱਗੀ ਹੋਈ ਹੈ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਮੁੱਦੇ ਮਸਲੇ ਹੱਲ ਕਰਨ ਦੇ ਲਈ, ਉਸੇ ਦੀ ਕੜੀ ਦੇ ਵਿੱਚ ਕੱਲ ਦਾ ਸੈਸ਼ਨ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ। ਕੈਬਨਿਟ ਚਰਚਾ ਹੋਈ ਹੈ, ਕੌਨਫੀਡੈਂਸ ਮੋਸ਼ਨ ਨਹੀਂ, ਇਹਦੇ ਬਾਰੇ ਕੋਈ ਚਰਚਾ ਨਹੀਂ ਜੀ ਹੋਈ। ਸਾਡਾ ਮੁੱਦਾ, ਸਾਡਾ ਮਕਸਦ, ਸਾਡਾ ਇੱਕੋ ਇੱਕ ਜਿਹੜਾ ਏਮ ਹੈ, ਉਹ ਪੰਜਾਬ ਦੇ ਜਿੰਨੇ ਪੈਂਡਿੰਗ ਇਸ਼ੂਜ਼ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਹੋਈ ਹੈ ਤੇ ਉਹ ਸਾਰੇ ਬਿੱਲ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਲੈ ਕੇ ਆਵਾਂਗੇ। ਤਾਂ ਬੇਭਰੋਸਗੀ ਮਤੇ ਨੂੰ ਲੈ ਕੇ ਜਾਂ ਭਰੋਸਗੀ ਮਤੇ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਕੈਬਨਿਟ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਵਿਧਾਨ ਸਭਾ ਦਾ। ਅੱਜ ਵਿਸ਼ੇਸ਼ ਇਜਲਾਸ ਹੋਣ ਜਾ ਰਿਹਾ ਤੇ ਹੰਗਾਮਾ ਭਰਪੂਰ ਇਜਲਾਸ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਵੱਖੋ ਵੱਖਰੀਆਂ ਪਾਰਟੀਆਂ ਆਪਣੀ ਰਣਨੀਤੀ ਇਸ ਵਿਸ਼ੇਸ਼ ਇਜਲਾਸ ਨੂੰ ਲੈ ਕੇ ਬਣਾ ਰਹੀਆਂ ਸੀ। जीएसटी ਤੇ ਪਰਾਲੀ ਦੇ ਮੁੱਦੇ ਤੇ ਇਜਲਾਸ ਸੱਦਿਆ ਗਿਆ ਹੈ। जीएसटी ਤੇ ਪਰਾਲੀ ਦੇ ਮੁੱਦੇ ਤੇ ਚਰਚਾ ਹੋਏਗੀ। ਕਈ ਸਾਰੇ ਪੈਂਡਿੰਗ ਮਸਲਿਆਂ ਨੂੰ ਲੈ ਕੇ ਚਰਚਾ ਹੋਏਗੀ। उधर बीजेपी ने इस सब नूं लेके खास तैयारी की है। स्पेशल इजलास नूं लेके बीजेपी ने खास तैयारी की है। बीजेपी अपना इजलास लावेगी, सरकार दे इजलास के बराबर अपना इजलास करेगी। अश्विनी शर्मा बीजेपी के प्रधान, उन्हां दा कहना है कि असीं लोकां दी विधान सभा चलावांगे। कैप्टन अमरिंदर सिंह समेत तमाम लीडर शामिल होणगे। तां एक पासे जिथे विधान सभा का विशेष इजलास सद्दिया गया है, तो उत्थे बीजेपी अपना वखरा इजलास अज करन जा रही है। वखरा इजलास होएगा बीजेपी का। अश्विनी शर्मा बीजेपी प्रधान, उन्हां दा कहना है कि असीं लोकां दी विधान सभा चलावांगे। कैप्टन अमरिंदर सिंह समेत तमाम लीडर शामिल होणगे। कल बीजेपी की कोर कमेटी की मीटिंग हुई सी, जिस दे विच तमाम वड्डे आगू नजर आए सी। तां हुण बीजेपी वखरा इजलास अपना लगाएगी। अमन भारद्वाज साडे सहयोगी लाइव जुड़ चुके ने। अमन, की कुछ तुहाडे कोल जानकारी अज दे विशेष इजलास दे बारे? सरकार दे वल्लों विशेष इजलास सद्दिया गया है, किहड़े-किहड़े मुद्दे रहणगे ते दूसरा भरोसगी मते नूं लैके की कुछ जानकारी है कि मौके ते भरोसगी मता लिआंदा जा सकदा है? अमन तो आवाज मिल रही है? बिल्कुल अर्शदीप, क्योंकि 22 तरीक ਦਾ ਇਸ ਤੋਂ ਪਹਿਲਾਂ ਸੈਸ਼ਨ ਜਿਹੜਾ ਹੈ ਉਹ ਬੁਲਾਇਆ ਗਿਆ ਸੀਗਾ, ਲੇਕਿਨ ਉਸ ਨੂੰ ਰਾਜਪਾਲ ਵੱਲੋਂ ਰੱਦ ਕੀਤਾ ਗਿਆ। ਉਸ ਤੋਂ ਬਾਅਦ तमाम ਮਸਲਿਆਂ ਤੇ ਸਰਕਾਰ ਨੇ ਇੱਕ ਰਿਕੁਐਸਟ ਲੈਟਰ ਜਿਹੜਾ ਹੈ ਉਹ ਭੇਜਿਆ ਕਿ GST ਤੇ ਪਰਾਲੀ ਦੇ ਅਤੇ ਬਿਜਲੀ ਦੇ ਉੱਤੇ ਚਰਚਾ ਜਿਹੜੀ ਹੈ ਉਹ ਕੀਤੀ ਜਾਣੀ ਹੈ। ਉਸ ਤੋਂ ਇਲਾਵਾ ਜੇ ਕੋਈ ਵਿਧਾਇਕ ਚਾਹੇ ਤਾਂ ਉਹ ਖੁਦ ਦਾ ਮੋਸ਼ਨ ਮੂਵ ਕਰ ਸਕਦਾ ਹੈ, ਪ੍ਰਾਈਵੇਟ ਬਿੱਲ ਜਿਹੜਾ ਹੈ ਉਹ ਪੇਸ਼ ਕਰ ਸਕਦਾ ਹੈ। ਔਰ ਇਸ ਦੇ ਅੰਦਰ ਦੇਖਣ ਨੂੰ ਮਿਲ ਸਕਦਾ ਹੈ ਕਿ ਕੌਨਫੀਡੈਂਸ ਉੱਤੇ ਸਰਕਾਰ ਦਾ ਜ਼ੋਰ ਹੈਗਾ ਕਿ ਕੌਨਫੀਡੈਂਸ ਮੋਸ਼ਨ ਜਿਹੜਾ ਹੈ ਉਹ ਲਿਆਂਦਾ ਜਾਵੇ, ਕਿਉਂਕਿ ਇਸ ਤੋਂ ਪਹਿਲਾਂ 22 ਤਰੀਕ ਦਾ ਏਜੰਡਾ ਵੀ ਇਹੀ ਸੀਗਾ ਜਦੋਂ ਸੈਸ਼ਨ ਜਿਹੜਾ ਹੈ ਉਹ ਰੱਦ ਕੀਤਾ ਗਿਆ।
ਤਾਂ ਉਸ ਤੇ ਚਰਚਾ ਜਿਹੜੀ ਹੈ ਉਹ ਰਹਿ ਸਕਦੀ ਹੈ। ਲੇਕਿਨ ਬਿਜ਼ਨਸ ਐਡਵਾਈਜ਼ਰੀ ਦੀ ਕਮੇਟੀ ਅੱਜ ਦੀ ਹੋਵੇਗੀ, ਕਿਉਂਕਿ 11 ਵਜੇ ਸ਼ਰਧਾਂਜਲੀਆਂ ਨੇ, ਔਰ ਸ਼ਰਧਾਂਜਲੀਆਂ ਤੋਂ ਬਾਅਦ ਬਿਜ਼ਨਸ ਐਡਵਾਈਜ਼ਰੀ ਦੀ ਕਮੇਟੀ ਹੈ। ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਚਰਚਾ ਕੀਤੀ ਜਾਏਗੀ ਕਿ ਕਿਆ ਸੈਸ਼ਨ ਦੇ ਅੰਦਰ ਕਿਹੜੇ-ਕਿਹੜੇ ਮੁੱਦੇ ਰਹਿਣ ਔਰ ਕਿਆ ਸੈਸ਼ਨ ਨੂੰ ਹੋਰ ਵਧਾਇਆ ਜਾਵੇ, ਕਿਉਂਕਿ 1 ਤੋਂ 2 ਦਿਨ ਸੈਸ਼ਨ ਵਧਾਉਣ ਦੀ ਚਰਚਾ ਵੀ ਜਿਹੜੀ ਹੈ ਉਹ ਹੈਗੀ ਹੈ। ਔਰ ਇਸ ਦੀ ਕਮੇਟੀ ਦੇ ਅੰਦਰ ਇਸ ਉੱਤੇ ਡਿਸਕਸ਼ਨ ਜਿਹੜੀ ਹੈ ਉਹ ਐਡਵਾਈਜ਼ਰੀ ਕਮੇਟੀ ਕਰੇਗੀ। ਔਰ ਦੂਜੇ ਪਾਸੇ 11:30 ਤੋਂ ਲੈ ਕੇ 3:30 ਵਜੇ ਤੱਕ ਬੀਜੇਪੀ ਵੱਲੋਂ ਪੰਜਾਬ ਦੇ ਮਸਲਿਆਂ ਤੇ ਇੱਕ ਆਪਣੀ ਵਿਧਾਨ ਸਭਾ ਸੈਕਟਰ 37 ਦੇ ਅੰਦਰ ਲਗਾਈ ਜਾਵੇਗੀ, ਜਿੱਥੇ ਲੋਕਾਂ ਦੇ ਮਸਲਿਆਂ ਤੇ ਜੋ ਬੀਜੇਪੀ ਦਾ ਦਾਅਵਾ ਹੈ ਕਿ ਚਰਚਾ ਜਿਹੜੀ ਹੈ ਉਹ ਕੀਤੀ ਜਾਵੇਗੀ ਔਰ ਸਰਕਾਰ ਨੂੰ ਘੇਰਿਆ ਜਾਏਗਾ। ਇੱਕ ਵਿਰੋਧ ਪ੍ਰਦਰਸ਼ਨ ਵੀ ਆਪਣੇ ਢੰਗ ਦਾ ਕੀਤਾ ਜਾਵੇਗਾ। ਔਰ ਅੱਜ ਖਾਸ ਕਰਕੇ ਕਿਉਂਕਿ ਇਹ ਲੰਬੀ ਕਸ਼ਮਕਸ਼ ਜ਼ਰੂਰ ਰਹੀ ਹੈ ਕਿ ਪਹਿਲਾਂ ਪਰਮਿਸ਼ਨ ਸੈਸ਼ਨ ਦੀ ਮਿਲੀ ਔਰ ਉਸ ਤੋਂ ਬਾਅਦ ਫਿਰ ਉਸ ਨੂੰ ਵਾਪਸ ਲੈ ਲਿੱਤਾ ਗਿਆ, ਫਿਰ ਉਸ ਤੋਂ ਬਾਅਦ ਫਿਰ ਪਰਮਿਸ਼ਨ ਕੁਝ ਮੁੱਦਿਆਂ ਦੇ ਉੱਤੇ ਹੀ ਮਿਲੀ ਹੈ। ਤਾਂ ਕਿਆ ਉਹਨਾਂ ਮੁੱਦਿਆਂ ਤੇ ਚਰਚਾ ਹੁੰਦੀ ਹੈ ਜਾਂ ਨਹੀਂ, ਔਰ ਉਸ ਤੇ ਰਾਜਪਾਲ ਦਾ ਕਿਸ ਤਰੀਕੇ ਦਾ ਰੋਲ ਰਹਿੰਦਾ ਹੈ, ਕਿਆ ਕੋਈ ਹਸਤਾਖੇਪ ਰਹੂਗਾ, ਕਿਆ ਕੋਈ ਉਹਨਾਂ ਦੇ ਵੱਲੋਂ ਇੰਟਰਪਟ ਕੀਤਾ ਜਾਊਗਾ ਜਾਂ ਨਹੀਂ, ਇਹ ਵੀ ਲਾਜ਼ਮੀ ਤੌਰ ਤੇ ਵੇਖਣ ਵਾਲੀ ਗੱਲ ਰਹੇਗੀ। ਬਿਲਕੁਲ, ਤਾਂ ਕਾਫੀ ਹੰਗਾਮਾ ਭਰਪੂਰ ਅੱਜ ਦੀ ਵਿਧਾਨ ਸਭਾ ਰਹਿ ਸਕਦੀ ਹੈ। ਸ਼ੁਕਰੀਆ ਅਮਨਪੂਰੀ ਜਾਣਕਾਰੀ। ਬੀਜੇਪੀ ਆਪਣੀ ਵੱਖਰੀ ਵਿਧਾਨ ਸਭਾ ਲਗਾਏਗੀ। ਬੀਜੇਪੀ ਦਾ ਕਹਿਣਾ ਹੈ ਲੋਕਾਂ ਦੇ ਮੁੱਦਿਆਂ ਤੇ ਡਿਸਕਸ਼ਨ ਕਰਨਗੇ ਭਰੋਸਗੀ ਮਤੇ ਨੂੰ ਲੈ ਕੇ, ਲੇਕਿਨ ਅਜੇ ਤੱਕ ਸਸਪੈਂਸ ਬਰਕਰਾਰ ਹੈ। ਸਰਕਾਰ ਦੇ ਵੱਲੋਂ ਵਿਸ਼ੇਸ਼ ਇਜਲਾਸ ਜ਼ਰੂਰ ਅੱਜ ਹੋ ਰਿਹਾ ਹੈ ਪਰਾਲੀ ਦੇ ਮੁੱਦੇ ਤੇ, GST ਦੇ ਮੁੱਦੇ ਤੇ, ਜਿਸ ਨੂੰ ਗਵਰਨਰ ਨੇ ਮਨਜ਼ੂਰੀ ਵੀ ਦੇ ਦਿੱਤੀ, ਲੇਕਿਨ ਕੀ ਮੌਕੇ ਤੇ ਸਰਕਾਰ ਭਰੋਸਗੀ ਮਤਾ ਲਿਆ ਸਕਦੀ ਹੈ, ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਤਾਂ ਉਧਰ ਬੀਜੇਪੀ ਨੇ ਖਾਸ ਤਿਆਰੀ ਕੀਤੀ ਹੈ ਵਿਧਾਨ ਸਭਾ ਦੇ ਇਜਲਾਸ ਨੂੰ ਲੈ ਕੇ। ਬੀਜੇਪੀ ਆਪਣਾ ਵੱਖਰਾ ਇਜਲਾਸ ਕਰਨ ਜਾ ਰਹੀ ਹੈ। ਵਿਧਾਨ ਸਭਾ ਦੇ ਇਜਲਾਸ ਦੇ ਬਰਾਬਰ ਬੀਜੇਪੀ ਕਹਿ ਰਹੀ ਹੈ ਕਿ ਲੋਕਾਂ ਦੇ ਮੁੱਦਿਆਂ ਤੇ ਅਸੀਂ ਆਪਣਾ ਵੱਖਰਾ ਇਜਲਾਸ ਚਲਾਵਾਂਗੇ, ਲੋਕਾਂ ਦੇ ਮੁੱਦਿਆਂ ਤੇ ਇਜਲਾਸ ਹੋਏਗਾ। ਅਸ਼ਵਨੀ ਸ਼ਰਮਾ ਜੋ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬੀਜੇਪੀ ਲੋਕਾਂ ਦੇ ਮੁੱਦੇ ਰੱਖੇਗੀ, ਲੋਕਾਂ ਦੇ ਮੁੱਦੇ ਇਸ ਇਜਲਾਸ ਦੇ ਵਿੱਚ ਚੁੱਕੇ ਜਾਣਗੇ। ਤੇ ਬੀਜੇਪੀ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਕਿਸੇ ਸ਼ਖਸ ਨੂੰ ਖੁਸ਼ ਕਰਨ ਦੇ ਲਈ ਨਹੀਂ ਵਰਤਣ ਦੇਣਗੇ। ਬੀਜੇਪੀ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸੇ ਵੀ ਸ਼ਖਸ ਨੂੰ ਖੁਸ਼ ਕਰਨ ਦੇ ਲਈ ਵਿਧਾਨ ਸਭਾ ਨੂੰ ਵਰਤਣ ਨਹੀਂ ਦੇਵਾਂਗੇ। ਜਿਸ ਤਰੀਕੇ ਦੇ ਨਾਲ ਭਰੋਸਗੀ ਮਤਾ ਲਿਆਉਣ ਦੀ ਇਸ ਤੋਂ ਪਹਿਲਾਂ ਗੱਲ ਹੋਈ ਸੀ, ਇਜਲਾਸ ਦੇ ਬਰਾਬਰ ਜਨਤਾ ਦੀ ਵਿਧਾਨ ਸਭਾ ਚਲਾਵਾਂਗੇ, ਜਿਸ ਤੇ ਅਮਨ ਅਰੋੜਾ ਨੇ ਕਿਹਾ ਕਿ ਇਜਲਾਸ ਚਲਾਉਣ ਦੇ ਲਈ 3 ਬੰਦਿਆਂ ਦੀ ਲੋੜ ਹੁੰਦੀ ਹੈ। ਬੀਜੇਪੀ ਕੋਲ ਤਾਂ 3 ਵਿਧਾਇਕ ਵੀ ਨਹੀਂ। ਸਾਡੇ ਅਸੀਂ 2 ਵਿਧਾਇਕਾਂ ਦੋਨੋਂ ਵਿਧਾਨ ਸਭਾ ਦੇ ਅੰਦਰ ਵੀ ਜਾਵਾਂਗੇ ਔਰ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਉਸ ਪਵਿੱਤਰ ਸਦਨ ਜਿਹੜਾ ਕਿ ਲੋਕਾਂ ਦੀ ਸਮੱਸਿਆ ਔਰ ਪੰਜਾਬ ਦੀ ਸਮੱਸਿਆ ਲਈ ਬਣਿਆ, ਉਹਦਾ ਦੁਰਉਪਯੋਗ ਕੇਜਰੀਵਾਲ ਨੂੰ ਕੁਝ ਕਰਨ ਲਈ ਨਹੀਂ ਕਰਨ ਦੇਵਾਂਗੇ। ਇਹਦੇ ਨਾਲ ਹੀ ਪੈਰਲਲ ਲੋਕਾਂ ਦੀ ਵਿਧਾਨ ਸਭਾ ਭਾਰਤੀ ਜਨਤਾ ਪਾਰਟੀ ਦੀ ਲੱਗੇਗੀ ਔਰ ਸਭ ਨੇਤਾ ਜੋ ਇੱਥੇ ਬੈਠੇ ਨੇ, ਕੈਪਟਨ ਸਾਹਿਬ ਵੀ ਉਹਦਾ ਹਿੱਸਾ ਬਣਨ ਵਾਲੇ ਨੇ, ਜਾਖੜ ਸਾਹਿਬ ਵੀ ਉਹਦੇ ਤੇ ਪੈਰਲਲ ਜਿਹੜਾ ਜਨਤਾ ਦੀ ਵਿਧਾਨ ਸਭਾ ਸੂਚਨਾ ਦੇ ਦਿੱਤੀ ਜਾਏਗੀ ਜਗ੍ਹਾ ਦੀ ਪੈਰਲਲ ਉਹ ਚਲੇਗੀ। ਅਸ਼ਵਨੀ ਸ਼ਰਮਾ ਜਾ ਕੇ ਜਵਾਬ ਪੁੱਛ ਲਿਓ ਕਿ ਮੌਕ ਸੈਸ਼ਨ ਚਲਾਉਣ ਦੇ ਲਈ ਵੀ 3 ਬੰਦਿਆਂ ਦੀ ਲੋੜ ਹੁੰਦੀ ਹੈ। ਇੱਕ ਸਪੀਕਰ, ਇੱਕ ਸੱਤਾ ਧਿਰ ਤੇ ਇੱਕ ਵਿਰੋਧੀ ਧਿਰ ਬੰਦੇ ਤਾਂ ਉਹਨਾਂ ਕੋਲ 2 ਨੇ, ਕੀ ਚਲਾਉਣਗੇ ਉਹ ਮੌਕ ਸੈਸ਼ਨ ਚਲਾਉਣ ਜੋਗੇ ਵੀ ਨਹੀਂ ਹੈਗੇ।